ਸਤਿ ਸ਼੍ਰੀ ਅਕਾਲ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ। ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਕਪੂਰਥਲਾ ਦੇ ਨੇੜੇ ਪਿੰਡ ਪੱਡਾ ਦਾ ਨੌਜਵਾਨ ਕਬੱਡੀ ਖਿਡਾਰੀ ਕਤਲ ਕਰ ਦਿੱਤਾ ਗਿਆ ਔਰ ਸਰਕਾਰਾਂ ਨੇ ਹਾਂ ਦਾ ਨਾਰਾ ਤੱਕ ਨਹੀਂ ਮਾਰਿਆ। ਉਹੀ ਪੰਜਾਬ ਪੁਲਿਸ ਜੋ ਮੈਂ ਹਾਂ ਹਰਜੀਤ ਸਿੰਘ ਕਹਿੰਦੀ ਸੀ, ਇਸ ਨੌਜਵਾਨ ਕਬੱਡੀ ਖਿਡਾਰੀ ਵੇਲੇ ਕਿਸੇ ਸੀਨੀਅਰ ਅਫੀਸ਼ੀਅਲ ਦਾ, ਡੀਜੀਪੀ ਦਾ, ਕਿਸੇ ਨੇ ਪਰਿਵਾਰ ਦੇ ਨਾਲ ਇੱਕ ਤੱਕ ਜਾ ਕੇ ਇਹ ਨਹੀਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਸਾਡੇ ਆਪਣੇ ਇੱਕ ਹੋਰ ਹਰਜੀਤ ਨੇ ਤੁਹਾਡਾ ਨੌਜਵਾਨ ਮੁੰਡਾ ਮਾਰਤਾ। ਇਸ ਤੇ ਗੱਲਬਾਤ ਕਰਦੇ ਹਾਂ। ਸੁਖਪਾਲ ਸਿੰਘ ਖਹਿਰਾ ਸਾਹਿਬ ਸਾਡੇ ਨਾਲ ਜੁੜੇ ਨੇ। ਖਹਿਰਾ ਸਾਹਿਬ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ। ਸਭ ਨੂੰ ਮੇਰੀ ਫਤਿਹ ਜੀ। ਖਹਿਰਾ ਸਾਹਿਬ, ਇੱਕ ਕਤਲ ਹੈ ਔਰ ਸਰਕਾਰ ਦੇ ਵੱਲੋਂ, ਸਰਕਾਰ ਦੇ ਮੰਤਰੀਆਂ ਵੱਲੋਂ, ਸੀਨੀਅਰ ਪੁਲਿਸ ਅਫੀਸ਼ੀਅਲਸ ਦੇ ਵੱਲੋਂ ਕਿਸੇ ਨੇ ਅਫਸੋਸ ਤੱਕ ਜ਼ਾਹਰ ਨਹੀਂ ਕੀਤਾ ਇਹਦੇ ਤੇ। ਬਿਲਕੁਲ ਸਿਮਰਨਜੋਤ, ਇਹ ਬੇਸਿਕਲੀ ਇੱਕ ਸਟੇਟ ਸਪਾਂਸਰਡ ਮਰਡਰ ਆ। ਇਹ ਜਿੱਦਾਂ ਕੋਲਡ ਬਲੱਡਡ ਮਰਡਰ ਆ, ਜਿੱਦਾਂ ਮਿਲੀਟੈਂਸੀ ਦੇ ਦੌਰਾਨ ਪੁਲਿਸ ਵਾਲੇ ਜਿਹਨੂੰ ਮਰਜ਼ੀ ਗੋਲੀ ਮਾਰ ਕੇ ਮਾਰ ਦਿੰਦੇ ਸੀਗੇ ਝੂਠੇ ਪੁਲਿਸ ਮੁਕਾਬਲੇ ਵਿੱਚ, ਇਹ ਉਸ ਪੈਮਾਨੇ ਦਾ ਕ੍ਰਾਈਮ ਹੋਇਆ ਪੰਜਾਬ ਦੇ ਵਿੱਚ। ਔਰ ਜਿੱਦਾਂ ਤੁਸੀਂ ਆਪ ਕਿਹਾ ਵਾ ਕਿ ਨਾ ਮੁੱਖ ਮੰਤਰੀ ਸਾਹਿਬ ਨੇ, ਹਾਲਾਂਕਿ ਮੁੱਖ ਮੰਤਰੀ ਸਾਹਿਬ ਇਸ ਤਰ੍ਹਾਂ ਦੇ ਹਾਦਸਿਆਂ 'ਚ ASI ਹਰਜੀਤ ਸਿੰਘ ਨਾਲ ਫੇਸ ਟਾਈਮ ਤੇ ਆਏ ਔਰ ਥੋੜੇ ਸਮੇਂ ਦੇ ਵਿੱਚ ASI ਹਰਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਦਾ ਹਰਜਾਨਾ ਦਿੱਤਾ ਔਰ ਇੱਕ ਸਰਕਾਰੀ ਨੌਕਰੀ ਉਹਦੇ ਬੇਟੇ ਨੂੰ ਦਿੱਤੀ ਔਰ ਉਹਨੂੰ ਪ੍ਰਮੋਟ ਕਰਕੇ ਸਬ ਇੰਸਪੈਕਟਰ ਬਣਾਤਾ। ਹਾਲਾਂਕਿ ਹਰਜੀਤ ਸਿੰਘ ਤੇ ਇੱਕ ਸਿਵਲੀਅਨ ਨਿਹੰਗਾਂ ਨੇ ਹਮਲਾ ਕੀਤਾ ਸੀਗਾ, ਉਹਨਾਂ ਨੂੰ ਵੀ ਚੱਕ ਲਿਆ, ਉਹਨਾਂ ਦੀ ਔਰਤਾਂ ਵੀ ਚੱਕ ਲੀਆਂ। ਪਰ ਇਸ ਲਖਣ ਕੇ ਪੱਡੇ ਦਾ ਜਿਹੜਾ ਵਿਸ਼ਵ ਪੱਧਰੀ ਕਬੱਡੀ ਦਾ ਖਿਡਾਰੀ ਸੀ ਅਰਵਿੰਦਰ ਪਹਿਲਵਾਨ ਤੇ ਨਾਲ ਪ੍ਰਦੀਪ ਸਿੰਘ, ਇਹਨੂੰ ਇੱਕ ਵਰਦੀਧਾਰੀ ਪੁਲਿਸ ਵਾਲੇ ਨੇ ਗੋਲੀ ਮਾਰ ਕੇ ਮਾਰਿਆ ਵਾ। ਅਮਰਿੰਦਰ ਸਿੰਘ ਨੇ ਅੱਜ ਤੱਕ ਉਸ ਪਰਿਵਾਰ ਦੇ ਨਾਲ ਕੋਈ ਹਮਦਰਦੀ ਨਹੀਂ ਜ਼ਾਹਰ ਕੀਤੀ। ਡੀਜੀਪੀ ਦਿਨਕਰ ਗੁਪਤਾ ਜਿਹੜਾ ਸਾਰੀ ਪੁਲਿਸ ਨੂੰ ਕਹਿੰਦਾ ਸੀ ਇੱਥੇ ਲਾਓ ਕਿ ਮੈਂ ਵੀ ਹਾਂ ਹਰਜੀਤ ਸਿੰਘ, ਤੇ ਉਹਦੇ ਪਰਿਵਾਰ ਦੀ ਏਡੀ ਵੱਡੀ ਮੁਹਿੰਮ ਚਲਾਈ ਤੇ ਹੁਣੇ ਭੁੱਲ ਗਏ ਨੇ ਕਿ ਮੈਂ ਵੀ ਹਾਂ ਅਰਵਿੰਦਰ ਪਹਿਲਵਾਨ। ਉਹ ਕਿਸੇ ਦਾ ਬੱਚਾ, ਉਹ ਵੀ ਉਹਦੇ ਰਗਾਂ ਵਿੱਚ ਵੀ ਉਹੋ ਜਿਹਾ ਖੂਨ ਹੈ ਜਿੱਦਾਂ ਹਰਜੀਤ ਸਿੰਘ ਦੇ ਰਗਾਂ ਵਿੱਚ ਵਗਦਾ। ਇਸ ਲਈ ਇਹ ਬਹੁਤ ਦੁਖਦਾਈ ਕਤਲ ਹੈ ਔਰ ਮੈਨੂੰ ਇਹ ਵੀ ਅਫਸੋਸ ਨਾਲ ਕਹਿਣਾ ਪੈਂਦਾ ਕਿ ਕੈਪਟਨ ਸਾਹਿਬ ਕੋਲ ਟਿਕਟੌਕ ਨੂਰ ਬੱਚੀ ਦੇ ਨਾਲ ਗੱਲ ਕਰਨ ਵਾਸਤੇ ਸਮਾਂ ਹੈਗਾ, ਲੇਕਿਨ ਅਰਵਿੰਦਰ ਪਹਿਲਵਾਨ ਦੇ ਪਰਿਵਾਰ ਤੇ ਪ੍ਰਦੀਪ ਜਿਹੜਾ ਜ਼ਖਮੀ ਹੋਇਆ, ਗੋਲੀਆਂ ਵੱਜੀਆਂ, ਉਹਦੇ ਨਾਲ 2 ਮਿੰਟ ਦਾ ਟਾਈਮ ਕੱਢ ਕੇ ਗੱਲ ਨਹੀਂ ਕੀਤੀ। ਔਰ ਜਿੱਦਾਂ ਤੁਸੀਂ ਕਿਹਾ ਕਿ ਸਾਰੀ ਗਵਰਨਮੈਂਟ ਨੇ ਇਹਨੂੰ ਅੱਖੋਂ ਪਰੋਖੇ ਕੀਤਾ। ਬੇਸਿਕਲੀ ਅਸੀਂ ਇਹ ਮੰਗ ਕੀਤੀ, ਅੱਜ ਮੈਂ ਮੀਡੀਆ ਦੇ ਸਾਹਮਣੇ ਹੋਇਆ ਸੀ ਔਰ ਕਬੱਡੀ ਫੈਡਰੇਸ਼ਨ ਸਾਡੇ ਨਾਲ ਸੀਗੀਆਂ, ਕਿ ਇਹਨਾਂ ਦੇ ਪਰਿਵਾਰ ਨੂੰ ਵੀ 1-1 ਕਰੋੜ ਰੁਪਈਆ ਤਾਂ ਦਿਓ ਹਰਜਾਨਾ ਔਰ ਇਹਨਾਂ ਨੂੰ ਨਾਲ ਇੱਕ ਸਰਕਾਰੀ ਨੌਕਰੀ ਦਿਓ। ਜਿਸ ਤਰ੍ਹਾਂ ਤੁਸੀਂ ਆਮ ਤੌਰ ਤੇ ਹਰਜੀਤ ਕੱਲੇ ਦੇ ਨਹੀਂ, ਤੁਸੀਂ ਕੋਹਲੀ ਸਾਹਿਬ ACP ਦੇ ਪਰਿਵਾਰ ਨੂੰ ਵੀ ਨੌਕਰੀ ਦਿੱਤੀ ਆ। ਯਾਦ ਹੈ ਤੁਹਾਨੂੰ, ਸਰਬਜੀਤ ਮਾਰਿਆ ਗਿਆ ਸੀ ਪਾਕਿਸਤਾਨ ਦੇ ਵਿੱਚ ਜੇਲ੍ਹ ਵਿੱਚ, ਉਹ ਤਾਂ ਪਾਕਿਸਤਾਨ ਵਾਲਿਆਂ ਨੇ ਮਾਰਿਆ ਸੀ ਨਾ, ਇਹ ਤਾਂ ਮੁੰਡਾ ਪੰਜਾਬ ਪੁਲਿਸ ਆਪਣਿਆਂ ਨੇ ਮਾਰਿਆ ਵਾ। ਇਸ ਲਈ ਉਹਨੂੰ ਨਾਇਬ ਤਹਿਸੀਲਦਾਰ ਦੀ ਨੌਕਰੀ ਵੀ ਦਿੱਤੀ ਉਸ ਪਰਿਵਾਰ ਨੂੰ। ਇਹੀ ਬਸ ਅਫਸੋਸ ਹੈ ਕਿ ਦੋਹਰੇ ਮਾਪਦੰਡ ਕਿਉਂ ਨੇ। ਖਹਿਰਾ ਸਾਹਿਬ, ਤੁਸੀਂ ਭੋਗ ਤੇ ਵੀ ਜਾ ਕੇ ਆਏ, ਤੁਸੀਂ ਸੰਬੋਧਨ ਵੀ ਕੀਤਾ, ਤੁਹਾਡਾ ਆਪਣੇ ਕਨਸਟੀਟੂਐਂਸੀ ਦੇ ਨਾਲ ਪਿੰਡ ਇਹ ਜਿਹੜਾ ਪੈਂਦਾ ਹੈ, ਤੁਹਾਡੀ ਪ੍ਰਾਈਮਾ ਫੇਸੀ ਕੀ ਤੁਹਾਨੂੰ ਪਤਾ ਲੱਗਿਆ? ਕਿਉਂਕਿ ਬੜੇ ਤਰ੍ਹਾਂ ਦੀਆਂ ਥਿਊਰੀ ਸਾਹਮਣੇ ਆਈਆਂ, ਤੁਹਾਡੀ ਲੋਕਾਂ ਨਾਲ ਗੱਲਬਾਤ ਹੋਈ ਹੋਣੀ ਹੈ, ਦਰਅਸਲ ਹੋਇਆ ਕੀ? ਇਹ ਅਸਲ ਕਹਾਣੀ ਇਹ ਸੀ ਕਿ ਜਦੋਂ ਕਰਫਿਊ ਲੱਗਿਆ ਹੋਇਆ ਸੀ, ਲੋਕਡਾਊਨ ਸੀਗਾ, ਉਦੋਂ ਇਹ ਜਿਹੜਾ ASI ਪਰਮਜੀਤ ਸਿੰਘ ਆ ਜਿਹਨੇ ਕਤਲ ਕੀਤਾ, ਗੋਲੀਆਂ ਮਾਰੀਆਂ, ਇਹ ਬੇਸਿਕਲੀ ਆਪ ਡਰੱਗ ਪੈਡਲਰ ਆ। ਇਹ ਸ਼ਰਾਬ ਵੀ ਵੇਚਦਾ ਵਾ, ਚਿੱਟਾ ਵੀ ਵੇਚਦਾ ਔਰ ਪੀਂਦਾ ਖਾਂਦਾ ਵੀ ਸੀਗਾ। ਔਰ ਜਿਹੜਾ ਲਖਣ ਕੇ ਪੱਡੇ ਪਿੰਡ ਆ, ਇਹਦੇ ਬਿਲਕੁਲ ਗਵਾਂਢ ਦੇ ਵਿੱਚ ਇਸ ASI ਦਾ ਪਿੰਡ ਸੀਗਾ। ਤਾਂ ਪਿੰਡ ਵਾਲੇ ਪਤਵੰਤੇ ਸੱਜਣਾ ਨੇ ਤੇ ਪੰਚਾਇਤ ਨੇ ਆਪਣੇ ਨੌਜਵਾਨਾਂ ਦੀ ਡਿਊਟੀ ਲਾਈ ਸੀਗੀ ਕਿ ਇਹਨਾਂ ਦਿਨਾਂ ਵਿੱਚ ਦੇਖਣਾ ਕਿਤੇ ਕਿ ਸਾਡੇ ਪਿੰਡ ਵਿੱਚ ਕੋਈ ਨਸ਼ਾ ਵੇਚਣ ਜਾਂ ਸ਼ਰਾਬ ਵੇਚਣ ਨਾ ਆਵੇ। ਕਿਉਂਕਿ ਤੁਸੀਂ ਮੇਰੀ ਗੱਲ ਅੱਛੀ ਤਰ੍ਹਾਂ ਸਮਝ ਲੈਣਾ ਕਿ ਪੰਜਾਬ ਵਿੱਚ ਕਰਫਿਊ ਜਿੰਨੀ ਸ਼ਰਾਬ ਵਿਕੀ ਆ, ਜਿੰਨੀ ਹੋਮ ਡਿਲੀਵਰੀ ਹੋਈ ਆ, ਕੈਪਟਨ ਸਾਹਿਬ ਤਾਂ ਹਾਲੇ ਚੰਡੀਗੜ੍ਹ ਸਕੀਮ ਹੀ ਬਣਾ ਰਹੇ ਸੀਗੇ, ਇੱਥੇ ਮਾਫੀਆ ਨੇ ਪੰਜਾਬ ਦੇ ਹਰ ਪਿੰਡ ਵਿੱਚ ਸ਼ਰਾਬ ਪਹੁੰਚਦੀ ਕੀਤੀ, ਘਰ ਘਰ ਪਹੁੰਚਦੀ ਕੀਤੀ। ਅਸਲ 'ਚ ਤਕਰਾਰ ਹੀ ਤਾਂ ਹੋਇਆ ਕਿਉਂਕਿ ਇਹ ਨੌਜਵਾਨਾਂ ਨੇ ਉਹਨੂੰ ਚੈਲੰਜ ਕੀਤਾ। ਜਦੋਂ ਗੱਡੀ ਦੇਖੀ ਪਰਦਿਆਂ ਵਾਲੀ ਸ਼ੱਕੀ ਹਾਲਾਤਾਂ ਵਿੱਚ 10 ਵਜੇ ਇੱਕ ਮੰਡੀ ਦੇ ਵਿੱਚ ਖੜੀ, ਉਹਨਾਂ ਨੇ ਇਹਨੂੰ ਚੈਲੰਜ ਕੀਤਾ ਔਰ ਉਹਨੂੰ ਪੁੱਛਿਆ। ਇਸ ਬੰਦੇ ਨੇ ਗੱਡੀ ਭਜਾ ਕੇ ਇੱਕ ਸੇਫ ਜਗ੍ਹਾ ਤੇ ਲਿਜਾ ਕੇ ਦੇਖਿਆ ਕਿ ਜਿੱਥੇ ਮੇਰੀ ਸਿਚੁਏਸ਼ਨ ਠੀਕ ਆ, ਇਹਨੇ ਆਪਣੇ ਰਿਵਾਲਵਰ ਦੇ ਨਾਲ ਇਸ ਅਰਵਿੰਦਰ ਪਹਿਲਵਾਨ ਨੂੰ ਗੋਲੀਆਂ ਮਾਰ ਕੇ ਮਾਰਤਾ ਤੇ ਨਾਲ ਪ੍ਰਦੀਪ ਨੂੰ ਜ਼ਖਮੀ ਕਰਤਾ। ਬੇਸਿਕਲੀ ਇਹ ਜਿਹੜਾ ਕ੍ਰਾਈਮ ਹੈ ਨਾ, ਇਹ ਸ਼ਰਾਬ ਮਾਫੀਆ ਨਾਲ, ਡਰੱਗ ਮਾਫੀਆ ਨਾਲ ਜੁੜਿਆ ਹੋਇਆ ਵਾ। ਇਹ ਸ਼ਰਾਬ ਜੀ, ਇਹ ਜਿਹੜਾ
ਜਿਹਦੇ ਤੇ ਦੋਸ਼ ਲੱਗ ਰਹੇ ਆ, ਜਿਹੜਾ ਪੁਲਿਸ ਵਾਲਾ ਸ਼ਰਾਬ ਵੇਚਦਾ? ਬਿਲਕੁਲ ਸ਼ਰੇਆਮ। ਮੈਂ ਜਦੋਂ ਦੇਖੋ ਪਹਿਲਾਂ ਪਤਾ ਕੀ ਹੁੰਦਾ ਵਾ, ਵਰਦੀਧਾਰੀਆਂ ਤੋਂ, ਸਰਕਾਰ ਤੋਂ ਆਮ ਜਨਤਾ ਬਹੁਤ ਡਰਦੀ ਆ, ਪਰ ਜਦੋਂ ਇਹ ਗੱਲ ਕਤਲ ਹੋ ਗਿਆ ਤੇ ਜਿੱਦਣ ਮੈਂ ਅਫਸੋਸ ਤੇ ਗਿਆ ਵਾਂ ਤੇ ਜਿੱਦਣ ਭੋਗ ਤੇ ਗਿਆ, ਮੈਨੂੰ ਕਈ ਪਤਵੰਤਿਆਂ ਨੇ ਕਿਹਾ ਜੀ ਕਿ ਇਹ ਆਦਮੀ ਜਿਹੜਾ ਸੀਗਾ ਇਹ ਸ਼ਰੇਆਮ ਸਾਡੇ ਇਲਾਕੇ ਵਿੱਚ ਸ਼ਰਾਬ ਦੀ ਸਪਲਾਈ ਕਰਦਾ ਵਾ ਔਰ ਨਸ਼ੇ ਵੰਡਦਾ ਸੀਗਾ ਔਰ ਇਹਨੂੰ। ਪਰ ਖਹਿਰਾ ਸਾਹਿਬ, ਬਿਨਾਂ ਕਿਸੇ ਪੋਲੀਟੀਕਲ ਸਪੋਰਟ ਤੋਂ, ਬਿਨਾਂ ਪਿੱਛੇ ਕਿਸੇ ਵੱਡੇ ਹੱਥ ਤੋਂ ਇੱਕ ਛੋਟਾ ਪੁਲਿਸ ਵਾਲਾ ਇਸ ਤਰ੍ਹਾਂ ਦਾ ਕੰਮ ਕਿਵੇਂ ਕਰ ਸਕਦਾ ਹੋਊਗਾ? ਤੁਹਾਨੂੰ ਨਹੀਂ ਲੱਗਦਾ ਇਹਦੇ ਪਿੱਛੇ ਕੁਝ ਵੱਡਾ ਨੈਕਸਸ ਹੈ? ਨਹੀਂ, ਬਗੈਰ ਪੋਲੀਟੀਕਲ ਪੈਟਰਨੇਜ ਤੋਂ ਕੋਈ ਕ੍ਰਾਈਮ ਹੁੰਦਾ ਹੀ ਨਹੀਂ ਪੰਜਾਬ ਦੇ ਵਿੱਚ। ਇਹ ਸ਼ਰਾਬ ਜਿਹੜਾ ਵਾ, ਪਰਮਜੀਤ ਸਿੰਘ ਜਿਹੜਾ ਸੀਗਾ, ਇਹ ਇੱਥੇ ਲਾਗੇ ਸੁਭਾਨਪੁਰ ਪੁਲਿਸ ਸਟੇਸ਼ਨ ਜਿਹਦੇ ਤਹਿਤ ਲਖਣ ਕੇ ਪੱਡੇ ਪਿੰਡਾਂ ਦਾ, ਉੱਥੇ ਹੀ ਪੋਸਟਡ ਸੀਗਾ। ਔਰ ਜਿਹੜਾ ਪਿੰਡ ਵਾਲਿਆਂ ਨੇ ਕਿਹਾ ਵਾ, ਇਸ ਕਰਕੇ ਨਹੀਂ ਕਿ ਮੇਰੀ ਕੋਈ ਜ਼ਾਤੀ ਰੰਜਿਸ਼ ਆ, ਇਹ ਸ਼ਰਾਬ ਵੀ ਰਾਣੇ ਗੁਰਜੀਤ ਦੀ ਵੇਚਦਾ ਸੀਗਾ। ਉਹਦੀ ਡਿਸਟਿਲਰੀ ਚੋਂ ਤਰਨਤਾਰਨ ਤੋਂ ਸ਼ਰੇਆਮ ਟਰੱਕਾਂ ਦੇ ਟਰੱਕ ਆਉਂਦੇ ਤੇ ਉਹ ਸ਼ਰਾਬ, ਇਹ ਆਦਮੀ ਵਨ ਆਫ ਦਾ ਡਿਸਟ੍ਰੀਬਿਊਟਰ ਸੀ, ਇਕੱਲਾ ਨਹੀਂ ਸੀਗਾ, ਇਹ ਸਾਰੇ ਪਿੰਡਾਂ ਦੇ ਵਿੱਚ ਸ਼ਰਾਬ ਪਹੁੰਚਾਉਂਦਾ ਸੀਗਾ। ਇਹ ਬਗੈਰ ਪੋਲੀਟੀਕਲ ਪੈਟਰਨੇਜ ਤੋਂ ਹੋ ਹੀ ਨਹੀਂ ਸਕਦਾ। ਕੈਪਟਨ ਅਮਰਿੰਦਰ ਸਿੰਘ ਐਕਸਾਈਜ਼ ਐਂਡ ਟੈਕਸੇਸ਼ਨ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਲਾਕਡਾਊਨ ਦੇ ਵਿੱਚ 2 ਨੰਬਰ ਦੀ ਸ਼ਰਾਬ ਵਿਕਰੀ ਸੀ, ਉਹਦੇ ਚ ਰਾਣਾ ਗੁਰਜੀਤ ਸਿੰਘ ਦੀ ਵੀ ਸ਼ਰਾਬ ਵਿਕਰੀ ਸੀ, ਇਹ ਕਹਿ ਰਹੇ ਹੋ ਤੁਸੀਂ? ਤਾਈਓ ਤਾਂ 2000 ਕਰੋੜ ਰੁਪਏ ਦਾ ਰੈਵਨਿਊ ਦਾ ਘਾਟਾ ਪਿਆ ਵਾ, ਵਰਨਾ ਕਿੱਦਾਂ ਪੈ ਜਾਂਦਾ। ਕੈਪਟਨ ਸਾਹਿਬ ਨੇ ਤਾਂ ਪੱਲਾ ਝਾੜਤਾ ਕਿ ਜੀ ਸਿਰਫ ਲਾਕਡਾਊਨ ਵਿੱਚ ਥੋੜਾ ਜਿਹਾ ਸਾਡੀ ਸੇਲ ਘਟੀ ਆ, ਪਰ ਉਹ ਭੁੱਲ ਗਏ ਕਿ ਕੱਲ ਟ੍ਰਿਬਿਊਨ ਅਖਬਾਰ ਨੇ ਵੱਡਾ ਲੇਖ ਛਾਪਿਆ, ਉਹਨਾਂ ਨੇ ਬਜਟ ਦੇ ਐਸਟੀਮੇਟ ਫਿਗਰਸ ਦੇ ਆਡਿਟ ਰਿਪੋਰਟ ਪੇਸ਼ ਕਰਤੀ। ਉਹਨਾਂ ਨੇ ਕਿਹਾ ਪਿਛਲੇ 11 ਮਹੀਨਿਆਂ ਵਿੱਚ 1820 ਕਰੋੜ ਰੁਪਏ ਦੀ ਸ਼ਰਾਬ ਦੀ ਰੈਵਨਿਊ ਘਟੀ ਆ ਪੰਜਾਬ ਦੇ ਵਿੱਚ। ਉਹ ਕਿੱਦਾਂ ਘਟ ਗਈ? ਹਾਲਾਂਕਿ ਆਪਾਂ ਕਹਿੰਦੇ ਇੱਕ ਪਾਸੇ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਐਲਕੋਹਲ ਕੰਜ਼ੰਪਸ਼ਨ ਦੇਸ਼ ਵਿੱਚ ਪੰਜਾਬੀ ਕਰਦੇ ਨੇ, ਤੇ ਆਮਦਨ ਕਿਉਂ ਘਟ ਰਹੀ ਆ? ਇਸ ਲਈ ਘਟ ਰਹੀ ਆ ਕਿਉਂਕਿ ਦੋ ਤਰ੍ਹਾਂ ਦੇ ਮਾਫੀਆ ਆਪਰੇਟ ਕਰ ਰਹੇ। ਇੱਕ ਕਰ ਰਹੇ ਨੇ ਡਿਸਟਿਲਰੀਆਂ ਦੇ ਮਾਲਕ, ਕੱਲਾ ਰਾਣਾ ਗੁਰਜੀਤ ਨਹੀਂ, ਅਕਾਲੀਆਂ ਦਾ ਦੀਪ ਮਲਹੋਤਰਾ, ਡੀਪੀ ਯਾਦਵ, ਜਿਹੜੇ ਦਸੂਆ ਤੇ ਮੁਕੇਰੀਆਂ ਦਾ ਯੂਪੀ ਦਾ ਬਾਹੂਬਲੀ ਪੋਲੀਟੀਸ਼ੀਅਨ, ਅਤੇ ਬਾਕੀ ਵੀ ਜਿਹੜੇ ਮਾਲਕ ਨੇ, ਇਹਨਾਂ ਨੂੰ ਰੋਕ ਹੀ ਨਹੀਂ ਕੋਈ ਸਕਦਾ। ਪੁਲਿਸ ਦੀ ਕੀ ਜ਼ਰੂਰਤ ਹੈ? ਔਰ ਇੱਕ ਸ਼ਰਾਬ ਦਾ ਟਰੱਕ ਕੱਢਦੇ ਨੇ ਟੈਕਸ ਦੇ ਕੇ, ਤੇ ਮਗਰ 5-4 ਟਰੱਕ ਉਦਾਂ ਕੱਢ ਦਿੰਦੇ ਨੇ। ਇਸ ਲਈ ਲੋਕਡਾਊਨ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਮਗਲਿੰਗ ਹੋਈ ਆ। ਔਰ ਦੂਜਾ ਹੈਗਾ ਰਿਟੇਲ ਦਾ ਮਾਫੀਆ। ਉਹ ਰਿਟੇਲ ਦਾ ਮਾਫੀਆ ਜਿਹੜਾ ਵਾ, ਉਹਨੇ ਇੱਕ ਪੈਰਲਲ ਬਰਾਬਰ ਦਾ 2 ਨੰਬਰ ਦਾ ਧੰਦਾ ਪੰਜਾਬ ਦੇ ਵਿੱਚ ਸ਼ੁਰੂ ਕੀਤਾ ਹੋਇਆ ਵਾ, ਤਾਂ ਹੀ ਉਹ ਰੈਵਨਿਊ ਘਟ ਰਹੀ ਹੈ ਨਾ। ਅਦਰਵਾਈਜ਼ ਰੈਵਨਿਊ ਕਿਉਂ ਘਟੂਗੀ ਪੰਜਾਬ ਦੇ ਵਿੱਚ? ਖਹਿਰਾ ਸਾਹਿਬ, ਤੁਹਾਨੂੰ ਲੱਗਦਾ ਹੋਰ ਪੁਲਿਸ ਮੁਲਾਜ਼ਮ ਵੀ ਇਹਦੇ ਚ ਇਨਵੋਲਡ ਹੋ ਸਕਦੇ ਹੈ, ਔਰ ਇਹ ਸਿਰਫ ਅਰਵਿੰਦਰ ਦੇ ਕਤਲ ਤੱਕ ਸੀਮਤ ਨਹੀਂ ਹੈ? ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਸ਼ਰਾਬ ਕਿਹਦੀ ਵੇਚ ਰਿਹਾ ਸੀਗਾ? ਇਹ ਇਕੱਲਾ ਮੈਂ ਥੋੜੋ ਕਹਿ ਰਿਹਾ ਹਾਂ, ਇਹ ਤਾਂ 12 ਕਾਂਗਰਸ ਦੇ ਹੋ ਸਕਦਾ ਹੈ। ਤੁਹਾਡਾ ਤਾਂ ਇੱਕ ਪੋਲੀਟੀਕਲ ਦੋਸ਼ ਹੋ ਸਕਦਾ ਹੈ ਕਿ ਰਾਣਾ ਗੁਰਜੀਤ ਦੀ ਹੈ, ਪਰ ਇਹਦੀ ਇਨਕੁਆਇਰੀ ਤਾਂ ਹੋਣੀ ਚਾਹੀਦੀ ਹੈ। ਮੈਂ ਤਾਂ ਕਿਹਾ ਤੁਹਾਨੂੰ ਕਿ ਮੇਰੇ ਤੋਂ ਪਹਿਲਾਂ 12 ਕਾਂਗਰਸ ਦੇ ਐਮਐਲਏਜ਼ ਨੇ ਕਿਹਾ ਵਾ ਕਿ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ। ਲਿਕਰ ਦਾ ਮਾਫੀਆ ਤੇ ਵਿੱਚੇ ਚੀਫ ਸੈਕਟਰੀ ਨੂੰ ਉਲਝਾ ਲਿਆ ਤੇ ਸਾਰੇ ਮਿਨਿਸਟਰਸ ਨੇ ਬਾਇਕਾਟ ਕੀਤਾ। ਉਹ ਬਾਇਕਾਟ ਕਾਹਦੇ ਇਸ਼ੂ ਤੇ ਕੀਤਾ ਸੀਗਾ? ਸ਼ਰਾਬ ਦੀ ਹੀ ਕੈਬਨਿਟ ਮੀਟਿੰਗ ਸੀਗੀ। ਇਸ ਕਰਕੇ ਇਕੱਲਾ ਮੈਂ ਨਹੀਂ ਕਹਿ ਰਿਹਾ, ਔਰ ਮੇਰੇ ਤੋਂ ਬਗੈਰ ਪਿੰਡ ਪਿੰਡ ਦੇ ਜਨਤਾ ਗਵਾਹੀ ਦਊਗੀ ਕਿ ਜਿੰਨੀ ਹੋਮ ਡਿਲੀਵਰੀ ਪਿੰਡਾਂ ਦੇ ਵਿੱਚ ਨੰਬਰ 2 ਦੀ ਸ਼ਰਾਬ ਦੀ ਲੋਕਡਾਊਨ ਦੇ ਵਿੱਚ ਹੋਈ ਆ, ਇਹਦਾ ਮਤਲਬ ਕੈਪਟਨ ਅਮਰਿੰਦਰ ਸਿੰਘ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਬਤੌਰ ਬਿਲਕੁਲ ਫੇਲ ਨੇ। ਉਹਨਾਂ ਨੂੰ ਕੁਝ ਨਹੀਂ ਪਤਾ ਕਿ ਮੇਰੇ ਸੂਬੇ ਦੇ ਵਿੱਚ ਕੀ ਹੋ ਰਿਹਾ ਵਾ। ਉਹਨਾਂ ਦਾ ਚੀਫ ਸੈਕਟਰੀ ਅਗਰ ਹਮੀਰੇ ਦੀ ਡਿਸਟਿਲਰੀ ਦੇ ਵਿੱਚ ਬੇਨਾਮੀ ਸ਼ੇਅਰ ਖਰੀਦ ਰਿਹਾ, ਉਹਨਾਂ ਨੂੰ ਕੁਝ ਨਹੀਂ ਪਤਾ ਹੈਗਾ। ਜੇ ਪਤਾ ਵਾ ਤੇ ਮਾੜੀ ਗੱਲ ਆ, ਤੇ ਜੇ ਬਿਲਕੁਲ ਨਹੀਂ ਪਤਾ ਫਿਰ ਉਹ ਤੋਂ ਵੀ ਮਾੜੀ ਗੱਲ ਆ। ਇਸ ਕਰਕੇ ਇਹ ਜਿਹੜਾ ਕ੍ਰਾਈਮ ਹੈ ਨਾ, ਔਰ ਜਿਹੜੀ ਸਮਗਲਿੰਗ ਆ, ਔਰ ਜਿਹੜਾ ਮਾਫੀਆ, ਇਹ ਬਿਨਾਂ ਸਰਕਾਰ ਦੀ ਸ਼ਹਿ ਤੋਂ ਤਾਂ 1 ਮਿੰਟ ਵੀ ਆਪਣਾ ਕੰਮ ਨਹੀਂ ਕਰ ਸਕਦਾ। ਪਰ ਗੱਲ ਤਾਂ ਆਈ ਗਈ ਹੋਗੀ, ਕਿੱਥੇ ਕਰਨ ਅਵਤਾਰ ਸਿੰਘ ਤੋਂ ਮਾਮਲਾ ਸ਼ੁਰੂ ਹੋਇਆ ਸੀਗਾ, ਬਿਨਾਮੀ ਪ੍ਰਾਪਰਟੀਆਂ ਦੇ ਉੱਤੇ ਸਵਾਲ ਖੜੇ ਹੋਏ, ਔਰ ਆਲ ਆਫ ਅ ਸਡਨ ਚਰਨਜੀਤ ਚੰਨੀ ਤੇ ਤ੍ਰਿਪਤ ਬਾਜਵੇ ਤੇ ਆ ਕੇ ਗੱਲ ਖਤਮ ਹੋ ਜਾਂਦੀ ਹੈ। ਦੇਖੋ, ਇਹ ਹੁਣ ਇੱਕ ਲਿਟਮਸ ਟੈਸਟ ਆ ਮਿਨਿਸਟਰਸ ਦਾ ਵੀ, ਉਹਨਾਂ ਦਾ ਕ੍ਰੈਡੀਬਿਲਿਟੀ ਐਟ ਸਟੇਕ ਆ ਕਿ ਸਾਰਿਆਂ ਨੇ ਇਕੱਠੇ ਹੋ ਕੇ ਕਿਹਾ ਕਿ ਅਸੀਂ ਜਦ ਤੱਕ ਚੀਫ ਸੈਕਟਰੀ ਨਹੀਂ ਬਦਲਿਆ ਜਾਵੇਗਾ ਅਸੀਂ ਕੈਬਨਿਟ ਮੀਟਿੰਗ 'ਚ ਨਹੀਂ ਆਵਾਂਗੇ। ਤੇ ਕੱਲ ਮੈਨੂੰ ਪਤਾ ਲੱਗਿਆ ਕਿ 3 ਮਿਨਿਸਟਰਸ, ਭਾਰਤ ਭੂਸ਼ਣ ਅਸ਼ੂ ਤੇ ਵਿੱਚ ਹੀ ਸੋਨੀ ਤੇ ਨਾਲ ਬਲਬੀਰ, ਇਹ ਉਸ ਮੀਟਿੰਗ ਵਿੱਚ ਚਲੇ ਗਏ ਨੇ। ਇਹਦਾ ਮਤਲਬ ਇਹਨਾਂ ਦਾ ਮਿਨਿਸਟਰਸ ਦਾ ਆਪਸ ਵਿੱਚ ਕੋਈ ਇਤਫਾਕ ਨਹੀਂਗਾ। ਫਿਰ ਰਾਜੇ ਵੜਿੰਗ ਨੇ ਇਲਜ਼ਾਮ ਲਾਇਆ, ਫਿਰ 12 ਐਮਐਲਏ ਨੇ ਇਲਜ਼ਾਮ ਲਾਇਆ। ਇਹਦਾ ਮਤਲਬ ਇਹ ਜਾਂ ਤਾਂ ਫਿਰ ਇਹਨਾਂ ਨੂੰ ਬਣਦਾ ਹਿੱਸਾ ਪਹੁੰਚ ਜਾਂਦਾ ਵਾ, ਚੁੱਪ ਕਰ ਜਾਂਦੇ ਨੇ, ਤੇ ਜਾਂ ਫਿਰ ਇਹਨੇ ਡਰਪੋਕ ਨੇ। ਖਹਿਰਾ ਸਾਹਿਬ, ਕਿੰਨਾਂ ਨੂੰ ਪਹੁੰਚ ਜਾਂਦਾ ਬਣਦਾ ਹਿੱਸਾ? ਮੈਂ ਗੱਲ ਕਹਿ ਰਿਹਾ ਸੀ, ਜਾਂ ਤਾਂ ਇਹਨਾਂ ਨੂੰ ਹਿੱਸਾ ਪਹੁੰਚ ਜਾਂਦਾ ਤਾਂ ਹੀ ਉਹ ਚੁੱਪ ਕਰ ਜਾਂਦੇ ਇਲਜ਼ਾਮ ਲਾ ਕੇ, ਤੇ ਜਾਂ ਫਿਰ ਇਹਨੇ ਡਰਪੋਕ ਨੇ ਕਿ ਉਸੇ ਤਨਖਾਹ ਤੇ ਕੰਮ ਕਰਨ ਵਾਸਤੇ ਰਾਜੀ ਹੋ ਜਾਂਦੇ ਨੇ। ਦੋਨਾਂ ਚੋਂ ਇੱਕ ਗੱਲ ਪੱਕੀ ਹੈ, ਇਹ ਤਾਂ ਉਹੀ ਦੱਸ ਸਕਦੇ ਨੇ।
और ਤੁਹਾਨੂੰ ਨਹੀਂ ਲੱਗਦਾ ਕਿ ਸੀਐਮ ਸਾਹਿਬ ਦੀ ਚੁੱਪੀ ਬੜਾ ਕੁਝ ਬੜੇ ਕੁਐਸਚਨਸ ਵੱਡੇ ਰੇਜ਼ ਕਰ ਰਹੀ ਹੈ? ਅਕਸਰ ਉਹ ਬੋਲਦੇ ਆ ਬਹੁਤ ਵੱਡੇ ਪਿਛਲੇ ਦਿਨਾਂ 'ਚ ਤਾਂ ਹਰ ਰੋਜ਼ ਹੀ ਆਲਮੋਸਟ ਅਸੀਂ ਦੇਖਦੇ ਰਹੇ ਹਾਂ, ਉਹ ਸਾਹਮਣੇ ਆਉਂਦੇ ਰਹੇ ਆ, ਇਸ ਇਸ਼ੂ ਦੇ ਉੱਤੇ ਕੋਈ ਵੱਡਾ ਬਿਆਨ ਨਹੀਂ ਆਇਆ। ਬੜੀ ਮਾੜੀ ਗੱਲ ਹੈ। ਉਹਨਾਂ ਦੇ ਕੈਬਨਿਟ ਕੁਲੀਗਸ ਨੇ, ਉਹਨਾਂ ਦੇ ਐਮਐਲਏਜ਼ ਨੇ ਔਰ ਪ੍ਰਗਟ ਸਿੰਘ ਨੇ ਇੱਕ ਵੱਡਾ ਸਵਾਲ ਖੜਾ ਕੀਤਾ ਕਿ ਪੰਜਾਬ ਦੇ ਵਿੱਚ ਰੈਵਨਿਊ ਲਾਸ ਹੋ ਰਿਹਾ ਵਾ ਔਰ ਇਹ ਸਾਰਾ ਪੈਸਾ ਨੰਬਰ 2 ਦੀ ਕਮਾਈ ਵਿੱਚ ਜਾ ਰਿਹਾ ਵਾ ਔਰ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਹੈ। ਤੇ ਜਿਹੜਾ ਚੀਫ ਮਿਨਿਸਟਰ ਆਪਣੇ ਐਮਐਲਏਜ਼ ਨੂੰ ਜਵਾਬ ਦੇ ਨਹੀਂਗਾ, ਆਪਣੇ ਮਿਨਿਸਟਰਸ ਨੂੰ ਜਵਾਬ ਦੇ ਨਹੀਂਗਾ, ਉਹ ਫਿਰ ਆਮ ਜਨਤਾ ਨੂੰ ਕੀ ਜਵਾਬ ਦੇਊਗਾ? ਤਾਂ ਹੀ ਅਸੀਂ ਅੱਜ ਮੁਹਿੰਮ ਵਿੱਢੀ ਆ ਕਿ ਮੈਂ ਵੀ ਆ ਰਵਿੰਦਰ ਪਹਿਲਵਾਨ। ਕੱਲਾ ਇਹ ਨਹੀਂਗਾ ਕਿ ਮੈਂ ਵੀ ਆ ਹਰਜੀਤ ਤੇ ਪੁਲਿਸ ਵਾਲੇ ਸਾਰੀ ਆਪਣੇ ਨੇਮ ਪਲੇਟਾਂ ਲਾ ਲੈਣ ਤੇ ਪੁਲਿਸ ਹੀ ਸਾਰਾ ਫਾਇਦਾ ਲੈ ਜੇ। ਆਮ ਜਨਤਾ ਦਾ ਵੀ ਅਧਿਕਾਰ ਬਣਦਾ। ਇਹ ਵੀ ਬੱਚੇ ਨੇ ਆਮ ਨਾਗਰਿਕਾਂ ਦੇ ਤੇ ਇਹਨਾਂ ਵਿੱਚ ਵੀ ਉਹੀ ਖੂਨ ਆ ਜਿਹੜਾ ਹਰਜੀਤ ਸਿੰਘ ਦੇ ਰਗਾਂ ਵਿੱਚ ਦੌੜਦਾ ਵਾ। ਪਰਿਵਾਰ ਨਾਲ ਗੱਲਬਾਤ ਹੋਈ ਹੈ ਤੁਹਾਡੀ ਅਰਵਿੰਦਰ ਪਹਿਲਵਾਨ ਦੇ? ਉਹਨਾਂ ਦਾ ਕੀ ਕਹਿਣਾ ਸੀਗਾ? ਤੁਸੀਂ ਮੰਗ ਕਰ ਰਹੇ ਹੋ 1-1 ਕਰੋੜ ਰੁਪਇਆ, ਉਹ ਆਪ ਵੀ ਆਪਦੇ ਵੱਲੋਂ ਮੰਗ ਕਰ ਰਹੇ ਆ ਜਾਂ ਫਿਰ ਇਹ ਤੁਹਾਡੇ ਵੱਲੋਂ ਹੈ ਇਨੀਸ਼ੀਏਟ ਕੀਤਾ ਗਿਆ? ਦੇਖੋ ਉਹ ਤਾਂ ਵਿਚਾਰੇ ਇਸ ਵਕਤ ਗਮ ਦੇ ਮਾਰੇ ਹੋਏ ਨੇ ਕਿਉਂਕਿ ਅਰਵਿੰਦਰ ਪਹਿਲਵਾਨ ਇਕੱਲਾ ਹੀ ਸੁਪੁੱਤਰ ਸੀਗਾ। ਉਹਦੇ ਹੋਰ ਕੋਈ ਉਹਨਾਂ ਦੇ ਪਰਿਵਾਰ ਵਿੱਚ ਕਮਾਉਣ ਵਾਲਾ ਨਹੀਂਗਾ ਕਿਉਂਕਿ ਉਹਦਾ ਪਿਤਾ ਜਿਹੜਾ ਬਲਬੀਰ ਸਿੰਘ ਆ ਉਹ ਪਿਛਲੇ 13 ਸਾਲ ਤੋਂ ਬੈੱਡ ਰਿਡਨ ਆ, ਮੰਜੇ ਦੇ ਉੱਤੇ ਆ। ਇਸ ਕਰਕੇ ਉਹਨਾਂ ਦਾ ਤਾਂ ਹਲੇ ਉਸ ਸ਼ੌਕ ਚੋਂ ਨਹੀਂ ਨਿਕਲੇ। ਜਿਹੜਾ ਪ੍ਰਦੀਪ ਹੀ ਆ ਇਹ ਵੀ ਬਹੁਤ ਇੱਕ ਐਮੀਨੈਂਟ ਖਿਡਾਰੀ, ਅਪਕਮਿੰਗ ਖਿਡਾਰੀ ਸੀਗਾ। ਇਹਦੇ ਘਰ ਵਿੱਚ ਵੀ ਕੋਈ ਕਮਾਉਣ ਵਾਲਾ ਨਹੀਂਗਾ। ਇਸ ਲਈ ਮੇਰੇ ਤੁਹਾਡੇ ਕਹਿਣ ਦੀ ਤਾਂ ਲੋੜ ਹੀ ਨਹੀਂ ਪੈਂਦੀ। ਜੇ ਕੈਪਟਨ ਸਾਹਿਬ ਮੈਂ ਵੀ ਆ ਹਰਜੀਤ ਸਿੰਘ ਮੁਹਿੰਮ ਚਲਾਉਂਦੇ ਨੇ ਤੇ ਝਟਪਟ ਪੁਲਿਸ ਵਾਲਿਆਂ ਨੂੰ ਸਭ ਕੁਝ ਫਾਇਦਾ ਦੇ ਦਿੰਦੇ ਆ ਤੇ ਇਹਨਾਂ ਪਰਿਵਾਰਾਂ ਨੂੰ ਕਿਉਂ ਨਹੀਂ ਦਿੰਦੇ? ਮੇਰਾ ਤਾਂ ਸਿਰਫ ਇੱਕ ਸਿੰਪਲ ਜਿਹਾ ਸਵਾਲ ਹੈ। ਜਿਸ ਤਰ੍ਹਾਂ ਗਲੋਰੀਫਾਈ ਕਰਕੇ ਦਿਖਾਇਆ ਗਿਆ, ਇਹ ਦੇਖਿਆ ਗਿਆ ਕਿ ਪੁਲਿਸ ਦਾ ਅਕਸ ਬੜਾ ਸਾਫ਼ ਸੀਗਾ, ਨਿਹੰਗਾਂ ਨੂੰ ਬਹੁਤ ਜ਼ਿਆਦਾ ਕਿਹਾ ਗਿਆ, ਉਹਨਾਂ ਦੀ ਪਰਿਵਾਰ ਦੀਆਂ ਲੇਡੀਜ਼ ਤੱਕ ਚੱਕੀਆਂ ਗਈਆਂ, ਬਾਅਦ ਚ ਉਹਨਾਂ ਤੇ ਪਰਚੇ ਕੈਂਸਲ ਕੀਤੇ ਗਏ। ਬਹੁਤ ਜ਼ਿਆਦਾ ਕਾਲੀ ਨਹੀਂ ਕਿਤੇ ਕਰ ਗਈ ਸਰਕਾਰ? ਨਹੀਂ, ਪਿਛਲੇ ਲੋਕਡਾਊਨ ਕਰਫਿਊ ਵਿੱਚ ਜੇ ਇੱਕ ਕਮਾਈ ਕੀਤੀ ਕੈਪਟਨ ਸਾਹਿਬ ਨੇ ਤੇ ਉਹ ਮੈਂ ਸਮਝਦਾ ਕਿ ਪੁਲਿਸ ਦੇ ਹੱਕ ਵਿੱਚ ਕਮਾਈ ਕੀਤੀ ਆ। ਪੁਲਿਸ ਦਾ ਟੌਰ ਬਣਾਇਆ ਵਾ, ਨਾ ਰਾਸ਼ਨ ਦਿੱਤਾ ਗਰੀਬਾਂ ਨੂੰ, ਨਾ ਕੋਈ ਪਹੁੰਚ ਦੀ ਮਦਦ ਕੀਤੀ, ਨਾ ਨਰਸਾਂ ਤੇ ਡਾਕਟਰਾਂ ਨੂੰ ਬਚਾਇਆ। ਇੱਕੋ ਹੀ ਏਜੰਡਾ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਕਾਮਯਾਬ ਰਿਹਾ ਕਿ ਮੈਂ ਹਰਜੀਤ ਸਿੰਘ, ਮੈਂ ਵੀ ਆ ਹਰਜੀਤ ਸਿੰਘ ਤੇ ਹਰਜੀਤ ਸਿੰਘ ਵਾਸਤੇ ਪੰਜਾਬ ਸਰਕਾਰ ਹਰ ਵਕਤ ਹਾਜ਼ਰ ਆ ਤੇ ਅਰਵਿੰਦਰ ਪਹਿਲਵਾਨ ਵਾਸਤੇ ਹਾਜ਼ਰ ਕਿਉਂ ਨਹੀਂ ਗਈ? ਔਰ ਦੂਜੀ ਗੱਲ ਹੈ, ਮੈਂ ਜੇ ਕਹਿਣਾ ਚਾਹੁੰਦਾ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ FIR ਦਰਜ ਕੀਤੀ 29 ਸਾਲ ਬਾਅਦ ਸੁਮੇਧ ਸੈਣੀ ਤੇ ਕਿ ਇਹਨੇ ਬਲਵੰਤ ਮੁਲਤਾਨੀ ਦਾ ਗੈਰ ਕਾਨੂੰਨੀ ਕਤਲ ਕੀਤਾ, ਝੂਠਾ ਪੁਲਿਸ ਮੁਕਾਬਲਾ ਬਣਾਇਆ, ਇਹ ਵੀ ਉਹ ਝੂਠਾ ਪੁਲਿਸ ਮੁਕਾਬਲਾ ਹੀ ਆ ਕਿਉਂਕਿ ਪੁਲਿਸ ਨੂੰ ਹਥਿਆਰ ਅਸੀਂ ਹਿਫਾਜ਼ਤ ਲਈ ਦਿੰਦੇ ਆ ਲੋਕਾਂ ਵਾਸਤੇ, ਉਹ ਲੋਕਾਂ ਨੂੰ ਮਾਰਨ ਵਾਸਤੇ ਥੋੜ੍ਹਾ ਦਿੰਦੇ ਆ। ਇਸ ਲਈ ਇਹ ਬੜਾ ਗੰਭੀਰ ਮਾਮਲਾ ਵਾ। ਔਰ ਹਾਲਾਂਕਿ ਸਾਡੇ ਜ਼ਿਲ੍ਹੇ ਦਾ ਜਿਹੜਾ ਕਪੂਰਥਲਾ ਪੁਲਿਸ ਦਾ SSP ਉਹਨਾਂ ਨੇ efficiently ਪਰਚਾ ਦਰਜ ਕਰਤਾ, ਬੰਦੇ ਅਰੈਸਟ ਕਰਤੇ, ਉਹ ਗੱਲ ਆਲ ਰਾਈਟ ਆ, ਬਟ ਟਰਾਈ ਟੂ ਡਿਫਰੈਂਸ਼ੀਏਟ ਬਿਟਵੀਨ ਦ ਟੂ ਕ੍ਰਾਈਮਸ। ਹਰਜੀਤ ਸਿੰਘ ਨੂੰ ਇੱਕ ਸਿਵਲੀਅਨ ਨੇ ਅਟੈਕ ਕੀਤਾ ਤੇ ਉੱਥੇ ਮੁਆਵਜ਼ਾ ਦਿੱਤਾ ਗਿਆ, ਨੌਕਰੀਆਂ ਦਿੱਤੀਆਂ ਗਿਆ। ਇੱਥੇ ਪੁਲਿਸ ਨੇ ਇੱਕ ਬੰਦਾ ਸਿਵਲੀਅਨ ਮਾਰਿਆ ਤੇ ਕੈਪਟਨ ਸਾਹਿਬ ਚੁੱਪ ਨੇ। ਕੈਪਟਨ ਸਾਹਿਬ ਦਾ ਫਰਜ਼ ਬਣਦਾ ਸੀਗਾ, ਚਲੋ ਜੇ ਆ ਤਾਂ ਸਕਦੇ ਨਹੀਂ, ਅਸੀਂ ਨਹੀਂ ਮੰਨਦੇ, ਅਸੀਂ ਨਹੀਂ ਚਾਹੁੰਦੇ ਕਿ ਕੈਪਟਨ ਸਾਹਿਬ ਜਿਹੜੇ ਨੇ ਉਹ, ਅਸੀਂ ਨਹੀਂ ਉਮੀਦ ਰੱਖਦੇ ਕਿ ਕੈਪਟਨ ਸਾਹਿਬ ਜਿਹੜੇ ਨੇ ਉਹ ਲੱਖਣ ਕੇ ਪੱਟੇ ਜਾਣਗੇ, ਪਰ ਕਿਉਂਕਿ ਉਹ ਆਪਣੇ ਮਿਨਿਸਟਰਸ ਨਾਲ ਵੀ ਵੀਡੀਓ ਕਾਨਫਰੰਸਿੰਗ ਹੀ ਕਰਦੇ 15 ਕਿਲੋਮੀਟਰ ਦੂਰ ਬੈਠੇ ਚੰਡੀਗੜ੍ਹ। ਪਰ ਇਹ ਤਾਂ ਘੱਟੋ ਘੱਟ DGP ਨੂੰ ਤਾਂ ਜਾਣਾ ਚਾਹੀਦਾ, ਦਿਨਕਰ ਗੁਪਤਾ, ਉਹ ਕਿੱਥੇ ਗਿਆ ਵਾ? ਉਹਦਾ ਫਰਜ਼ ਬਣਦਾ ਸੀਗਾ ਕਿ ਲੱਖਣ ਕੇ ਪੱਟੇ ਪਹੁੰਚਦਾ ਔਰ ਉਹਨਾਂ ਪਰਿਵਾਰਾਂ ਨੂੰ ਹਮਦਰਦੀ ਕਰਦਾ। ਔਰ ਇਹ ਇਕੱਲਾ ਪੰਜਾਬ 'ਚ ਪੁਲਿਸ ਨਹੀਂ ਹੈਗੀ ਇੱਕ ਫੋਰਸ, ਇਹਦੇ ਵਾਸਤੇ ਪੰਜਾਬ ਸਰਕਾਰ ਚੁਣੀ ਆ, ਇਹਨਾਂ ਲੋਕਾਂ ਨੇ ਪੰਜਾਬ ਸਰਕਾਰ ਚੁਣੀ ਜਿਨ੍ਹਾਂ ਦੀ ਹਿਫਾਜ਼ਤ ਕਰਨਾ ਇਹਨਾਂ ਦਾ ਮੁੱਢਲਾ ਫਰਜ਼। ਖਹਿਰਾ ਸਾਹਿਬ, ਇਹ ਨੈਕਸਸ ਟੁੱਟ ਸਕੂਗਾ ਜਾਂ ਫਿਰ ਲੋਕ ਸਾਰੀ ਉਮਰ ਇਹ ਚਾਲਾਂ ਜਿਹੜੀਆਂ ਚੱਲਦੇ ਆ ਪੋਲੀਟੀਸ਼ੀਅਨਸ, ਉਹਨਾਂ ਦੇ ਤਹਿਤ ਪਾਗਲ ਤੇ ਮੂਰਖ ਬਣਦੇ ਰਹਿਣਗੇ? ਕੋਈ ਹੱਲ ਹੈਗਾ ਜੀ ਇਹਦਾ ਨੈਕਸਸ ਟੁੱਟਣ ਦਾ? ਦੇਖੋ ਫਿਲਹਾਲ ਤਾਂ ਮੈਂ ਤੁਹਾਨੂੰ ਓਨੈਸਟਲੀ ਕਹਿਣਾ ਚਾਹੁੰਦਾ ਕਿ ਇਹਦੇ ਵਾਸਤੇ ਵੋਟਰ ਵੀ ਆਪ ਜ਼ਿੰਮੇਵਾਰ ਆ। ਜਦ ਇਸੇ ਨੈਕਸਸ ਨੂੰ ਹਰ ਵਾਰੀ ਪ੍ਰਮੋਟ ਕਰਦਾ ਉਹ ਇਲੈਕਸ਼ਨ ਦੇ ਨੇੜੇ ਜਾ ਕੇ ਥੋੜਾ ਜਿਹਾ ਫਾਇਦਾ ਲੈਣ ਵਾਸਤੇ, ਥੋੜੇ 4 ਦਿਨ ਦੀ ਸ਼ਰਾਬ, 4 ਦਿਨ ਦੇ ਪੈਸੇ ਲੈਣ ਵਾਸਤੇ ਵੋਟਾਂ ਪਾਉਂਦਾ ਤੇ ਨੈਕਸਸ ਤੋਂ ਆਪ ਬਿਲਡ ਕਰ ਰਹੇ ਨੇ। ਇਸ ਕਰਕੇ ਵੋਟਰ ਦੇ ਹੱਥ ਬਹੁਤ ਵੱਡੀ ਗੱਲ ਆ। ਇਹ ਨੈਕਸਸ ਪੱਕਾ ਟੁੱਟ ਸਕਦਾ। ਪੰਜਾਬ ਇਹ ਕੋਈ ਹੈ ਤਾਂ ਨਹੀਂਗਾ ਕਿ ਪੰਜਾਬ ਨੂੰ ਬਚਾਇਆ ਨਹੀਂ ਜਾ ਸਕਦਾ। ਜੇ ਤੁਰਕੀ ਵਰਗੇ ਮੁਲਕ ਜਿਹੜੇ ਬਹੁਤ ਵੱਡੇ ਇਕਨੋਮਿਕ ਕ੍ਰਾਈਸਿਸ ਵਿੱਚ ਸੀਗੇ, ਇੱਕ ਵਿਅਕਤੀ ਉਹਨੂੰ ਕੱਢ ਸਕਦਾ ਤੇ ਪੰਜਾਬ ਦੇ ਵਿੱਚ ਕੋਈ ਟੈਲੈਂਟ ਦੀ ਕਮੀ ਨਹੀਂ, ਲੀਡਰਸ਼ਿਪ ਦੀ ਕਮੀ ਨਹੀਂ, ਸਿਰਫ ਇੱਕ ਥਾਂ ਇਕੱਠੇ ਹੋਣ ਦੀ ਲੋੜ ਆ ਔਰ ਇੱਛਾ ਸ਼ਕਤੀ ਪੈਦਾ ਕਰਨ ਦੀ ਲੋੜ ਆ। ਅਵਸ਼ ਸਭ ਕੁਝ ਛੁਟਕਾਰਾ ਕੀਤਾ ਜਾ ਸਕਦਾ। ਵਿਰੋਧੀ ਧਿਰਾਂ ਨੇ ਵੀ ਅਰਵਿੰਦਰ ਦਾ ਕੋਈ ਬਹੁਤਾ ਜਾ ਕੇ ਪਰਿਵਾਰ ਦੀ ਸਾਰ ਨਹੀਂ ਲਈ, ਕੋਈ ਵੱਡਾ ਚਿਹਰਾ ਨਹੀਂ ਗਿਆ ਉੱਥੇ?
ਮਾੜੀ ਗੱਲ ਹੈ ਕਿ ਵੈਸੇ ਤਾਂ ਮੈਨੂੰ ਕਬੱਡੀ ਫੈਡਰੇਸ਼ਨਸ ਬਹੁਤ ਪਾਵਰਫੁਲ ਲੌਬੀ ਆ। ਮੈਂ ਸਾਰੇ ਕਬੱਡੀ ਫੈਡਰੇਸ਼ਨ ਨੂੰ, ਕਬੱਡੀ ਲਵਰਸ ਨੂੰ ਅਪੀਲ ਕਰੂੰਗਾ ਕਿ ਆਓ ਸਾਰੇ ਆਪਾਂ ਇਕੱਠੇ ਹੋਈਏ, ਕਿਉਂਕਿ ਇਹ ਜਿਹੜੀਆਂ ਫੈਡਰੇਸ਼ਨ ਤੇ ਸਪੋਰਟ ਬਣਾਈਏ, ਜੇ ਪਲੇਅਰ ਹੀ ਨਹੀਂ ਸੇਫ, ਜੇ ਪਲੇਅਰਾਂ ਨੂੰ ਗੋਲੀ ਮਾਰ ਕੇ ਮਾਰ ਦੇਣਾ, ਉਹਨਾਂ ਨੂੰ ਇਨਸਾਫ ਨਹੀਂ ਮਿਲਣਾ, then what is the federation for? ਇਸ ਲਈ ਔਰ ਪੋਲੀਟੀਕਲ ਪਾਰਟੀਆਂ, ਆਮ ਆਦਮੀ ਪਾਰਟੀ ਨੇ ਇੱਕ ਮੁਹਿੰਮ ਚਲਾਈ ਸੀ, ਸ਼ਾਇਦ ਉਹ ਡਰਾਈਵਰ ਜਿਹੜਾ ਮਰਿਆ ਸੀ ਕਰੋਨਾ ਦੇ ਕਰਕੇ, ਉਹਦਾ ਨਾਮ ਕੀ ਸੀਗਾ ਮੈਂ ਭੁੱਲ ਰਿਹਾ, ਮਨਜੀਤ ਸਿੰਘ। ਮੈਂ ਵੀ ਆ ਮਨਜੀਤ ਸਿੰਘ। ਮੇਰੀ ਉਹਨਾਂ ਨੂੰ ਵੀ ਅਪੀਲ ਆ ਕਿ ਤੁਸੀਂ ਵੀ, ਮੈਂ ਵੀ ਆ ਰਵਿੰਦਰ ਭਲਵਾਨ, ਇਸ ਮੁਹਿੰਮ ਵਿੱਚ ਸ਼ਮੂਲੀਅਤ ਕਰੋ ਔਰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ, ਆਪੋਜੀਸ਼ਨ ਨੂੰ ਇਕੱਠੇ ਹੋ ਕੇ ਇਹਦੇ ਤੇ ਰੌਲਾ ਪਾਉਣਾ ਚਾਹੀਦਾ ਔਰ ਇਨਸਾਫ ਹੋਣਾ ਚਾਹੀਦਾ। ਬਹੁਤ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ। ਤੁਸੀਂ ਕੁਝ ਹੋਰ ਐਡ ਕਰਨਾ ਚਾਹੁੰਦੇ ਹੋ? ਨਹੀਂ ਬਸ ਠੀਕ ਆ। ਆਈ ਵੁੱਡ ਓਨਲੀ ਸੇ ਤੁਹਾਡਾ ਸ਼ੁਕਰੀਆ, ਤੁਸੀਂ ਬਹੁਤ ਇਫੈਕਟਿਵਲੀ ਇਹਨਾਂ ਦਿਨਾਂ ਵਿੱਚ ਆਪ ਵੀ ਬਹੁਤ ਐਕਟਿਵਲੀ ਸਾਰੇ ਕਰੋਨਾ ਦੇ ਇਸ਼ੂਜ਼ ਦੇ ਉੱਤੇ ਬਹੁਤ ਡਿਸਕਸ਼ਨਸ, ਡਿਬੇਟ ਕੀਤੇ। ਤੁਹਾਡਾ ਵੀ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ। ਇੱਕ ਗੱਲ ਕਹਿਣਾ ਚਾਹੁੰਦਾ ਲਾਸਟ ਵਿੱਚ ਕਿ ਮੈਨੂੰ ਥੋੜਾ ਜਿਹਾ ਅਫਸੋਸ ਹੈ ਕਿ ਜਿਸ ਢੰਗ ਦੇ ਨਾਲ ਪੰਜਾਬ ਨੇ ਆਪਣਾ ਲੋਕਡਾਊਨ ਇੱਕਦਮ ਯਕਮੁਸ਼ਤ ਖੋਲ ਦਿੱਤਾ, ਨਾ ਕੋਈ ਗਾਈਡਲਾਈਨਸ, ਨਾ ਕੋਈ ਵਿਜੀਲੈਂਸ, ਨਾ ਕੋਈ, ਇਹ ਤਾਂ ਐਂ ਲੱਗਦਾ ਜਿੱਦਾਂ ਕੈਪਟਨ ਸਾਹਿਬ ਨੂੰ ਕੋਈ ਵੈਕਸੀਨ ਮਿਲ ਗਈ ਹੁੰਦੀ ਆ ਕਿ ਹੁਣ ਮਸਲਾ ਹੱਲ ਹੋ ਗਿਆ। ਔਰ ਸਭ ਤੋਂ ਜ਼ਿਆਦਾ ਲੋਕ ਕਰੋਨਾ ਵਾਇਰਸ ਕਰਕੇ ਭਾਰਤ ਵਿੱਚ ਕੱਲ ਮਰੇ ਨੇ, 1 ਲੱਖ ਤੋਂ ਉੱਤੇ ਪੋਜ਼ਿਟਿਵ ਆ ਔਰ 3000 ਤੋਂ ਉੱਤੇ ਮੌਤਾਂ ਹੋ ਗਈਆਂ। ਜਦੋਂ ਸਭ ਤੋਂ ਜ਼ਿਆਦਾ ਸਪਾਈਕ ਆ, ਉਦੋਂ ਆਪਾਂ ਸਭ ਤੋਂ ਜ਼ਿਆਦਾ ਖੁੱਲ ਦੇਤੀ, ਟਰਾਂਸਪੋਰਟ ਵੀ ਚਲਾ ਦਿਓ, ਸਲੂਨ ਵੀ ਖੋਲ ਦਿਓ, ਮਾਰਕੀਟਾਂ ਵੀ ਖੋਲ ਦਿਓ। ਇਹ ਕੋਈ ਅਕਲਮੰਦੀ ਦਾ ਕੰਮ ਨਹੀਂਗਾ। ਕੈਪਟਨ ਸਾਹਿਬ ਨੇ ਆਪਣੀ ਆਮਦਨ ਦੇ ਕਰਕੇ ਖੋਲਤਾ ਸਾਰਾ ਸੂਬਾ। ਹੁਣ ਆਪਾਂ ਸਾਰੇ ਰੱਬ ਰਾਖੇ ਆ, ਤੇ ਹੁਣ ਤੁਹਾਡੇ ਤੇ ਮੇਰੇ ਤੇ ਆ ਕਿ ਆਪਾਂ ਆਪਣੇ ਆਪ ਨੂੰ ਮਹਿਫੂਜ਼ ਕਿੱਦਾਂ ਰੱਖਣਾ। ਸਰਕਾਰ ਨੇ ਆਪਣੀ ਜ਼ਿੰਮੇਵਾਰੀ ਤੇ ਪੱਲਾ ਝਾੜ ਲਿਆ। ਬਹੁਤ ਸ਼ੁਕਰੀਆ ਖਹਿਰਾ ਸਾਹਿਬ ਸਮਾਂ ਦੇਣ ਵਾਸਤੇ। ਥੈਂਕ ਯੂ, ਧੰਨਵਾਦ।